ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਮੋਹਿੰਦਰ ਕੌਰ, ਮੈਨੇਜਿੰਗ ਡਾਇਰੈਕਟਰ ਫਲਾਈ ਅਬਰੋਡ ਇਮੀਗ੍ਰੇਸ਼ਨ ਅੰਮ੍ਰਿਤਸਰ ਤੋਂ। ਅੱਜ ਜਿਵੇਂ ਕਿ ਮੈਂ ਤੁਹਾਨੂੰ ਟਾਈਮਿੰਗਸ ਦਿੱਤੇ ਸੀਗੇ ਸਾਰਿਆਂ ਨੂੰ ਕਿ 2:30 ਵਜੇ ਅਸੀਂ ਲਾਈਵ ਹੋਣ ਜਾ ਰਹੇ ਹਾਂ ਜਰਮਨੀ ਦੇ ਵਿੱਚ, ਮਿਊਨਿਕ ਦੇ ਵਿੱਚ। ਇੱਕ ਬੜਾ ਅੱਛਾ ਕਾਲਜ ਹੈ ਸਾਡੇ ਕੋਲ, ਜਿਸ ਦੇ ਵਿੱਚ ਕਿ ਸਾਡੇ ਕੋਲ ਮਾਸਟਰਸ ਤੇ ਗ੍ਰੈਜੂਏਸ਼ਨ ਪ੍ਰੋਗਰਾਮਸ ਹੈਗੇ ਨੇ 3-4 ਤਰ੍ਹਾਂ ਦੇ। ਮੇਰੇ ਨਾਲ ਅੱਜ ਜੁੜ ਚੁੱਕੇ ਨੇ ਉੱਤਮਦੀਪ ਕੌਰ। ਉਹ ਤੁਹਾਨੂੰ ਸਾਰੀ ਡਿਟੇਲਸ ਬਰੀਫ ਡਿਸਕਸ਼ਨਸ ਉਹ ਤੁਹਾਡੇ ਨਾਲ ਕਰਨਗੇ ਇੱਥੇ ਕਿ ਕਿਹੜੇ ਪ੍ਰੋਗਰਾਮਸ ਨੇ, ਕੀ ਰਿਕੁਆਇਰਮੈਂਟਸ ਨੇ, ਕਿਹੜੇ ਇਨਟੇਕਸ ਨੇ, ਕੀ ਫੀ ਸਟਰਕਚਰ ਹੋਊਗਾ। ਇਹ ਸਾਰੀ ਡਿਟੇਲਸ ਨੂੰ ਲੈ ਕੇ ਮੈਂ ਇੱਥੇ ਵੈਲਕਮ ਕਰਦੀ ਹਾਂ ਉੱਤਮਦੀਪ ਕੌਰ ਦਾ। Hi Mohinder, thank you very much for giving me this opportunity and Sat Shri Akal ਸਾਰਿਆਂ ਨੂੰ। Today we are going to talk about why you should study in Germany or why you can try to study in Germany or in Munich particularly. How is the student life in Munich and what are the job opportunities, what is the fee structure and everything Mohinder mentioned already. So I'm ready to answer all your questions. Okay. ਉੱਤਮਦੀਪ ਕੌਰ ਜੀ, ਤੁਹਾਡੇ ਨਾਲ ਮੇਰੇ ਕੁਝ ਕੁਐਸਚਨਸ ਨੇ, ਕੁਝ ਸਵਾਲਾਤ ਨੇ। ਸਟਾਰਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਦੱਸੋਗੇ ਕਿ ਕਮਿੰਗ ਇਨਟੇਕ ਕਿਹੜਾ ਹੈਗਾ ਵਿੱਚ ਸਾਡੇ ਹਰ ਸਾਲ 6 year like it's February, March, May, August, October and December intake, which means कि let's say कि बच्चे ने अक्टूबर से स्टार्ट करना सी पर ओदा वीजा ही अक्टूबर च आया या then ਉਹਨੂੰ ਮਾਰਚ ਚ ਜਾਣ ਦੀ ਲੋੜ ਨਹੀਂ ਆ। he can start in December, like we have intake every 2 months. so ਸਾਡੇ ਲਈ ਕੋਈ ਡੈਡਲਾਈਨ ਨਹੀਂ ਹੈ ਕਿ ਸਟੂਡੈਂਟ ਕਦੋਂ ਮਰਜ਼ੀ ਅਪਲਾਈ ਕਰ ਸਕਦੇ ਆ, ਕਦੋਂ ਮਰਜ਼ੀ ਆ ਕੇ ਜੁਆਇਨ ਕਰ ਸਕਦੇ ਆ, ਜਦੋਂ ਕਿ ਉਹਨਾਂ ਦਾ ਵੀਜ਼ਾ ਆਉਂਦਾ ਹੈ ਐਵਰੀ। ਸਭ ਤੋਂ ਪਹਿਲਾਂ ਜੋ ਕਿ ਕੋਵਿਡ-19 ਨੂੰ ਲੈ ਕੇ ਜੋ ਹਾਲਾਤ ਬਣੇ ਹੋਏ ਆ, ਉੱਤਮਦੀਪ ਜੀ ਤੁਸੀਂ ਕੁਝ ਇਹਦੇ ਬਾਰੇ ਕੁਝ ਚਾਨਣ ਪਾਓਗੇ ਕਿ ਕੀ ਪੋਸੀਬਿਲਿਟੀਜ਼ ਹੈਗੀਆਂ ਨੇ ਵੀਜ਼ਾਸ ਦੀਆਂ ਤੇ ਬਾਰਡਰਸ ਓਪਨ ਹੋਣ ਦੀਆਂ ਜਾਂ ਬੱਚਿਆਂ ਦੇ ਵੀਜ਼ਾਸ ਆਉਣ ਦੀਆਂ? ਓਕੇ, ਐਜ਼ ਆਫ ਨਾਓ VFS ਜਿਹੜਾ ਆ ਉਹ ਓਪਨ ਹੀ ਆ ਆਲਰੇਡੀ ਡੀ ਸਟੈਂਪਿੰਗ ਦੇ ਵਾਸਤੇ ਜਰਮਨੀ ਦਾ, ਕਿਉਂਕਿ ਜਿਹੜੇ ਬੱਚਿਆਂ ਦਾ ਲੋਕਡਾਊਨ ਦੇ ਡਿਊਰਿੰਗ ਵੀਜ਼ਾ ਆਇਆ ਸੀਗਾ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਗਿਆ ਸੀ ਜਾਂ ਉਹਨਾਂ ਨੂੰ ਆਲਰੇਡੀ ਈਮੇਲ ਆ ਚੁੱਕੀ ਸੀ ਕਿ ਤੁਹਾਡਾ ਵੀਜ਼ਾ ਆ ਗਿਆ ਹੈ, ਤੁਸੀਂ ਆ ਕੇ ਸਟੈਂਪ ਕਰਵਾ ਲਓ। ਸੋ ਆਈ ਥਿੰਕ 2 ਸਟੂਡੈਂਟਸ ਆਈ ਨੋ ਜਿਨ੍ਹਾਂ ਨਾਲ ਮੇਰੀ ਅੱਜ ਹੀ ਗੱਲ ਹੋਈ ਆ, ਉਹਨਾਂ ਦੀ ਡੀ ਸਟੈਂਪਿੰਗ ਹੋ ਚੁੱਕੀ ਆ ਐਂਡ ਦੇ ਕੈਨ ਮੋਸਟ ਪ੍ਰੋਬਬਲੀ ਫਲਾਈ ਐਜ਼ ਵੈਲ। ਫਲਾਈਟਸ ਵੀ ਆਲਰੇਡੀ ਅਵੇਲੇਬਲ ਹੈਗੀਆਂ ਆ, like special flights, so they can fly. So maybe new applications we ਜਿੱਥੇ ਤੱਕ ਸਾਨੂੰ knowledge ਆ ਅਗਸਤ ਤੋਂ accept ਕਰ ਰਹੇ ਆ। right now ਆਪਣਾ ਸਿਰਫ pending ਕੰਮ ਕਰ ਰਿਹਾ ਜਿਹੜਾ GD stamp ਰਹਿੰਦਾ ਸੀ ਜਾਂ ਫਿਰ ਜਿਹਨਾਂ ਦਾ ਵੀਜ਼ਾ ਐਕਸਪਾਇਰ ਹੋ ਚੁੱਕਿਆ ਸੀ ਲੋਕਡਾਊਨ ਦੇ duration ਦੇ during that time, yeah. So there is not a hard thing about the visa right now. It's all easy. And regarding COVID-19, as you guys know कि Germany ने इस situation ਨੂੰ बहुत ही ਵਧੀਆ ਤਰੀਕੇ ਨਾਲ handle ਕੀਤਾ ਆ। That's why according to the recent studies, Germany ਜਿਹੜੀ ਆ most popular destination among international students ਦੇ ਵਿੱਚ according to news and then level as well. ਪਹਿਲਾਂ ਇਸ US, Canada, New Zealand, Australia ਸੀ, ਪਰ ਹੁਣ ਇਸ space ਦੇ according Germany ਦੀ health ਜਿਹੜਾ system ਆ ਉਹ ਬਹੁਤ ਵਧੀਆ ਆ। So I think that rate ਵੀ ਜਿੰਨੇ cases ਸੀ ਉਹਦੇ comparison ਬਹੁਤ low ਆ। So I think ਹੁਣ almost ਸਭ ਕੁਝ open ਆ। You can say gym, swimming pool, everything is open. Okay, ਇਹ ਤੁਹਾਡਾ ਕਾਲਜ ਇਹ ਤੁਹਾਡਾ ਕਾਲਜ ਕਿੰਨੇ ਸਾਲ ਪੁਰਾਣਾ ਹੈਗਾ ਤੇ ਯੂਨੀਵਰਸਿਟੀ ਐਂਡ ਕਾਲਜ ਦੇ ਵਿੱਚ ਕੀ ਡਿਫਰੈਂਸ ਹੈਗਾ ਸਟੱਡੀ ਦੇ ਵਿੱਚ? ਤੁਸੀਂ ਇੱਥੇ ਕੁਝ ਦੱਸੋਗੇ ਸਾਨੂੰ? We are very young. We are just like we started in 2015. ਹੁਣ ਸਾਡੇ ਕੋਲ ਕੈਂਪਸ 'ਚ ਅਰਾਊਂਡ ਜ਼ਿਆਦਾ ਨਹੀਂ, ਆਈ ਥਿੰਕ ਅਰਾਊਂਡ 300 ਸਟੂਡੈਂਟਸ ਆ ਜਿਹੜੇ 43+ ਨੈਸ਼ਨੈਲਿਟੀਜ਼ 'ਚੋਂ ਆ। ਸਾਡੇ ਕੋਲ ਇੰਡੀਅਨ ਸਟੂਡੈਂਟਸ ਵੀ ਹੈਗੇ ਆ ਇਸ ਟਾਈਮ ਕਾਫੀ। ਮੇਨ ਡਿਫਰੈਂਸ ਬਿਟਵੀਨ ਕਾਲਜ ਐਂਡ ਯੂਨੀਵਰਸਿਟੀ ਆਈ ਵੁੱਡ ਸੇ ਕਿ ਯੂਨੀਵਰਸਿਟੀ 'ਚ ਜਦੋਂ ਤੁਸੀਂ ਕਲਾਸ 'ਚ ਜਾਂਦੇ ਹੋ ਤੁਹਾਡੇ ਆਲਮੋਸਟ 200-250 ਬੱਚਾ ਹੁੰਦਾ ਐਂਡ ਜਿਹੜੀ ਸਾਡੀ ਸਟੂਡੈਂਟ ਪ੍ਰੋਫੈਸਰ ਰੇਸ਼ੀਓ ਆ ਉਹ ਲਾਈਕ ਮੈਕਸਿਮਮ 18 ਸਟੂਡੈਂਟ। ਅਸੀਂ ਕੋਸ਼ਿਸ਼ ਕਰਦੇ ਹਾਂ ਵੀ 18 ਬੱਚੇ ਤੋਂ ਵੱਧ ਅਸੀਂ ਕਲਾਸ 'ਚ ਬੱਚੇ ਨਹੀਂ ਰੱਖੀਏ, ਬਿਕਾਜ਼ ਜਦੋਂ ਤੁਸੀਂ ਬਿਜ਼ਨਸ ਸਟੱਡੀ ਕਰਨਾ ਇਟਸ ਨਾਟ ਸਮਥਿੰਗ ਕਿ ਤੁਸੀਂ ਕਿਤਾਬਾਂ 'ਚੋਂ ਰੱਟਾ ਮਾਰਨਾ, that you have to understand, right? And for that you have a good relationship with your professor. ਅਗਰ ਪ੍ਰੋਫੈਸਰ 250 ਬੱਚੇ ਨੂੰ ਪੜ੍ਹਾਊਗਾ he is not gonna look at anyone, he is just gonna speak and just go. But ਸਾਡਾ ਇਹ ਨਹੀਂ ਹੈਗਾ। ਅਗਰ 3 ਘੰਟੇ ਦੀ ਕਲਾਸ ਆ they have a good interaction with their professors, ਉਹ ਕੁਝ ਵੀ ਪੁੱਛ ਸਕਦੇ ਆ। ਬਿਕਾਜ਼ ਮੈਂ ਵੀ ਨਿਊ ਯੂਰਪੀਅਨ ਕਾਲਜ ਤੋਂ ਹੀ ਗ੍ਰੈਜੂਏਟ ਆ, ਮੈਂ ਵੀ ਆਪਣੀ ਸਟੱਡੀ ਉੱਥੇ ਹੀ ਕੰਪਲੀਟ ਕੀਤੀ ਆ।
yeah I was like कि रात को 12 बजे अगर email करते हैं सवेरे 4 बजे साढ़े को and we can schedule any meeting with them. They are more than happy to help you. They are working professionals. They are working here because they love to teach. No, it's their hobby. So that's the kind of big difference between university and private college. You get return on your investment अगर तुसी किसी private college ਦੇ admission ਲੈਂਦੇ ਆ. ਓਕੇ, ਜਿਵੇਂ 12th ਗ੍ਰੇਡ ਸਟੂਡੈਂਟਸ ਹੋਣਗੇ ਉਹਨਾਂ ਨੇ ਐਡਮਿਸ਼ਨ ਲੈਣੀ ਹੋਵੇ BBA ਪ੍ਰੋਗਰਾਮ ਦੇ ਵਾਸਤੇ ਤੁਹਾਡੇ ਇਸ ਕਾਲਜ ਦੇ ਵਿੱਚ, ਤੇ ਉਹਨਾਂ ਨੂੰ ਫਾਊਂਡੇਸ਼ਨ ਪ੍ਰੋਗਰਾਮ ਮਿਲੇਗਾ ਕਿ ਉਹਨਾਂ ਦੀ ਜਿਹੜੀ ਹੈਗੀ ਗ੍ਰੈਜੂਏਸ਼ਨ ਡਾਇਰੈਕਟਲੀ ਸਟਾਰਟ ਹੋ ਜਾਏਗੀ ਇੰਗਲਿਸ਼ ਸਬਜੈਕਟਸ ਦੇ ਵਿੱਚ, ਜਾਂ ਫਿਰ ਉਹਨਾਂ ਦੀ ਜਿਹੜੀ 3 ਇਅਰਸ ਦੀ ਜਿਵੇਂ ਕਿ ਜਰਮਨੀ ਦੀ ਸਟੱਡੀ ਫ੍ਰੀ ਹੁੰਦੀ ਆ? ਇਹ ਸਾਰੀ ਚੀਜ਼ਾਂ ਦੇ ਵਾਸਤੇ ਥੋੜਾ ਜਿਹਾ ਮੈਨੂੰ ਬਰੀਫਲੀ ਇੱਥੇ ਸਾਰਾ ਕੁਝ ਦੱਸਣਾ। ਓਕੇ, ਸੋ ਯੈਸ ਜਰਮਨੀ ਦੀ ਜਿਹੜੀ ਐਜੂਕੇਸ਼ਨ ਆ ਉਹ ਵਰਲਡ ਵਾਈਡ ਬਹੁਤ ਹੀ ਫੇਮਸ ਹੈ, ਠੀਕ ਹੈ। ਇਹਨਾਂ ਦਾ ਐਜੂਕੇਸ਼ਨ ਸਿਸਟਮ ਬਹੁਤ ਵਧੀਆ ਆ। ਦੇਰ ਆਰ 2 types of university in Germany, public university and private university, ਠੀਕ ਹੈ। ਪਬਲਿਕ ਯੂਨੀਵਰਸਿਟੀ 'ਚ ਜਿਹੜੀ ਐਜੂਕੇਸ਼ਨ ਆ ਬੈਚਲਰ ਲੈਵਲ ਤੇ ਮੋਸਟਲੀ ਫ੍ਰੀ ਹੁੰਦੀ ਆ। ਕਿਉਂ? ਬਿਕੋਜ਼ ਦੇ ਵਾਂਟ ਕਿ ਇਹਨਾਂ ਨੂੰ ਕੰਮ ਕਰਨ ਵਾਸਤੇ ਲੋਕਾਂ ਦੀ ਜ਼ਰੂਰਤ ਆ। ਅਗਰ ਕਿਸੇ ਕੋਲ ਫੰਡਸ ਨਹੀਂ ਵੀ ਹੈਗੇ, ਅਗਰ ਉਹ ਪੜ੍ਹਦੇ ਆ ਦੈਨ ਦੇ ਕੈਨ ਵਰਕ ਲੇਟਰ, ਯੂ ਨੋ। ਪਹਿਲਾਂ ਜਰਮਨੀ 'ਚ ਇਹ ਸੀਗਾ ਕਿ ਬਹੁਤ ਹੀ ਘੱਟ ਬੱਚੇ ਆਉਂਦੇ ਸੀ ਕਿਉਂਕਿ ਪਬਲਿਕ ਯੂਨੀਵਰਸਿਟੀ, ਯੂ ਨੋ, ਬੈਸਟ ਸਟੂਡੈਂਟ ਗੋਜ਼ ਟੂ ਦ ਬੈਸਟ ਯੂਨੀਵਰਸਿਟੀਜ਼। ਅਗਰ ਤੁਹਾਡੇ A+ ਗ੍ਰੇਡਸ ਆ 8.0 ਆਇਲਸ ਆ ਦੈਨ ਤੁਹਾਨੂੰ ਐਡਮਿਸ਼ਨ ਮਿਲ ਜਾਂਦੀ ਆ, ਚਾਂਸਸ ਹਾਈ ਹੁੰਦੇ ਆ ਪਬਲਿਕ ਯੂਨੀਵਰਸਿਟੀ 'ਚ। ਬਟ ਅਗੇਨ ਜਿਹੜਾ ਡਿਊਰੇਸ਼ਨ ਆ ਬੱਚੇ ਨੂੰ ਕਈ ਵਾਰੀ ਸਾਲ, ਕਈ ਵਾਰੀ 2 ਸਾਲ ਵੇਟ ਕਰਨਾ ਪੈਂਦਾ ਐਡਮਿਸ਼ਨ ਲੈਣ ਵਾਸਤੇ। ਜਿੰਨਾ ਵਧੀਆ ਯੂਨੀਵਰਸਿਟੀ ਆ ਉਹਨਾਂ ਹਾਰਡ, ਠੀਕ ਆ। ਹੁਣ ਜਿਹੜੇ ਆ ਜਰਮਨੀ 'ਚ ਬਹੁਤ ਜ਼ਿਆਦਾ ਪ੍ਰਾਈਵੇਟ ਕਾਲਜਿਸ ਵੀ ਆ ਐਂਡ ਐਜ਼ ਮੇਬੀ ਯੂ ਆਰ ਅਵੇਅਰ ਕਿ ਬਹੁਤ ਸਾਰੇ ਬੱਚੇ ਜਰਮਨੀ ਜਾ ਵੀ ਗਏ ਆ। ਪ੍ਰਾਈਵੇਟ ਯੂਨੀਵਰਸਿਟੀ ਦਾ ਇਹ ਹੁੰਦਾ ਆ ਕਿ ਤੁਹਾਨੂੰ ਜਿਹੜਾ ਹੁਣ ਸਾਡਾ ਇਹ ਹੈ ਕਿ ਅਸੀਂ ਸੇਮ ਡੇ ਆਫਰ ਲੈਟਰ ਪ੍ਰੋਵਾਈਡ ਕਰਦੇ ਹਾਂ ਕਿ ਲੈਟਸ ਸੇ ਕਿ ਤੁਸੀਂ ਅੱਜ ਸਬਮਿਟ ਕੀਤੀ ਐਪਲੀਕੇਸ਼ਨ, ਯੂ ਗੈਟ ਦ ਰਿਪਲਾਈ ਇਨ ਮੈਕਸਿਮਮ 4-5 ਆਵਰਸ, ਤੇ ਉਸੇ ਦਿਨ ਬੱਚੇ ਨੂੰ ਆਫਰ ਲੈਟਰ ਆ ਜਾਂਦੀ ਹੈ ਜਾਂ ਉਹਦੀ ਇੰਟਰਵਿਊ ਹੋ ਜਾਂਦੀ ਹੈ, ਲਾਈਕ ਐਵਰੀਥਿੰਗ। ਤੇ ਪਬਲਿਕ ਯੂਨੀਵਰਸਿਟੀ 'ਚ ਜਿਹੜਾ ਆ ਉਹ ਟਾਈਮ ਪੀਰੀਅਡ ਵੱਧ ਹੁੰਦਾ ਆ ਥੋੜ੍ਹਾ ਜਿਹਾ ਬੱਚੇ ਨੂੰ। ਆਈ ਮੀਨ 2 ਸਾਲ ਬਹੁਤ ਹੁੰਦੇ ਆ। ਇੱਕ ਪਾਸੇ ਤੁਸੀਂ ਆਪਣਾ ਟਾਈਮ ਦੇਖ ਸਕਦੇ ਆ, ਰਾਈਟ, ਕਿ ਤੁਹਾਨੂੰ 2 ਸਾਲ 'ਚ ਬੰਦਾ ਆਲਰੇਡੀ ਆਪਣੀ ਸਟੱਡੀਜ਼ ਦੇ 3rd ਈਅਰ 'ਚ ਚੱਲ ਜਾਂਦਾ, ਰਾਈਟ, ਐਂਡ ਅਦਰਵਾਈਜ਼ ਤੁਸੀਂ ਫੰਡਸ ਦੇਖ ਸਕਦੇ ਆ। ਬਟ ਪਬਲਿਕ ਯੂਨੀਵਰਸਿਟੀ, ਪ੍ਰਾਈਵੇਟ ਯੂਨੀਵਰਸਿਟੀ, ਮੈਂ ਖੁਦ ਪਬਲਿਕ ਯੂਨੀਵਰਸਿਟੀ 'ਚ ਗਈ ਸੀ। ਆਈ ਵੈਂਟ ਟੂ ਕਲੇਵਰ ਯੂਨੀਵਰਸਿਟੀ ਇਨ ਜਰਮਨੀ। I changed after 2 months. The reason being ਕਿ ਜਿੱਦਾਂ ਇੰਡੀਆ 'ਚ ਹੁੰਦਾ ਆ ਸਰਕਾਰੀ ਸਕੂਲ ਤੇ ਪ੍ਰਾਈਵੇਟ ਸਕੂਲ, ਉਹ ਵੀ ਸੇਮ ਥਿੰਗ ਆ, ਇੱਧਰ ਵੀ ਉਹੀ ਆ। ਅਗਰ ਤੁਸੀਂ ਸਰਕਾਰੀ ਸਕੂਲ 'ਚ ਜਾਂਦੇ ਆ, ਤੁਸੀਂ ਕਹਿੰਦੇ ਆ ਕਿ ਮੈਨੂੰ ਮਿਲ ਨਹੀਂ ਰਿਹਾ ਜੋ ਮੈਂ ਚਾਹੁੰਦਾ ਆ, ਰਾਈਟ, ਸੇਮ ਇੱਥੇ ਆ। ਪ੍ਰੋਫੈਸਰ ਆਉਂਦਾ ਸੀ 3 ਘੰਟੇ ਦਾ ਲੈਕਚਰ ਦੇ ਕੇ ਜਾਂਦਾ ਸੀ। ਹੀ ਡਜ਼ਨਟ ਨੋ ਕਿ ਬੱਚੇ ਦਾ ਕੀ ਨਾਮ ਹੈ, ਹੀ ਡਜ਼ਨਟ ਕੇਅਰ ਕਿ ਬੱਚਾ ਕਲਾਸ 'ਚ ਆਉਂਦਾ ਜਾਂ ਨਹੀਂ ਆਉਂਦਾ। ਦੈਟਸ ਇਟ, ਦੇ ਡੋਨਟ ਬੋਦਰ, they are getting paid, it's their job, they don't bother if you get anything or if you don't get anything. So ਇਹ ਡਿਫਰੈਂਸ ਹੁੰਦਾ। ਓਕੇ, ਦੈਟ ਮੀਨਸ ਕਿ ਬੱਚੇ ਦੇ ਜਿਹੜੇ ਸਬਜੈਕਟਸ ਹੋਣਗੇ ਸਾਰੇ ਇੰਗਲਿਸ਼ ਵਿੱਚ ਹੋਣਗੇ, ਭਾਵੇਂ ਗ੍ਰੈਡ ਲਈ ਜਾ ਰਿਹਾ ਭਾਵੇਂ ਮਾਸਟਰਸ ਲਈ ਜਾ ਰਿਹਾ। Yes, it would be in English. Yeah, it would be in completely English. Okay, LGBT criteria ਕੀ ਹੋਏਗਾ 12th grade students ਦਾ ਔਰ ਮਾਸਟਰ ਸਟੂਡੈਂਟਸ ਦਾ? ਕੀ ਰਿਕੁਆਇਰਮੈਂਟਸ ਹੋਣਗੀਆਂ ਉਹਨਾਂ ਦੀਆਂ, ਲਾਈਕ ਆਇਲਸ ਨੂੰ ਲੈ ਕੇ ਜਾਂ ਉਹਨਾਂ ਦੇ ਐਕੈਡੈਮਿਕਸ ਨੂੰ ਲੈ ਕੇ? Okay, first of all, ਬੱਚੇ ਨੇ ਅਗਰ ਹਾਈ ਸਕੂਲ ਕੀਤਾ ਆ 12th grade ਦੇ ਵਿੱਚ ਉਹਨਾਂ ਦੇ 45% ਹੋਣੇ ਚਾਹੀਦੇ ਆ ਮਿਨੀਮਮ, ਠੀਕ ਹੈ। ਐਂਡ ਉਸ ਤੋਂ ਬਾਅਦ ਅਗਰ ਤੇ ਬੱਚੇ ਦੇ 6.0 ਆਇਲਸ ਆ ਦੈਨ ਹੀ ਕੈਨ ਗੋ ਫॉर ਡਾਇਰੈਕਟ ਬੈਚਲਰ ਪ੍ਰੋਗਰਾਮ ਜਿਹੜਾ 3 ਸਾਲ ਦਾ ਹੋਊਗਾ, 6 semesters, ਓਕੇ। ਤੇ ਅਗਰ ਬੱਚੇ ਦੇ ਲੈਟਸ ਸੇ 5.5 ਜਾਂ 5.0 ਬੈਂਡ ਸਕੋਰ ਆ then he can go for the foundation program. ਪਹਿਲਾਂ ਉਹਨੂੰ ਜੇ ਉਹਦੇ 5.5 ਆ ਉਹਨੂੰ 6 months ਦਾ ਇੰਗਲਿਸ਼ ਪ੍ਰੈਪਰੇਸ਼ਨ ਕੋਰਸ ਕਰਨਾ ਪੈਣਾ। ਅਗਰ ਉਹਦੇ 5.0 ਆ ਉਹਨੂੰ ਫਿਰ 1 ਸਾਲ ਦਾ ਕੋਰਸ ਕਰਨਾ ਪੈਣਾ। ਬਟ ਜਿਹੜੀ ਐਕੈਡੈਮਿਕਸ ਦੀ ਰਿਕੁਆਇਰਮੈਂਟ ਆ ਉਹ 45% ਹੀ ਰਹੂਗੀ ਪਾਥਵੇ ਵਾਸਤੇ ਵੀ ਤੇ ਡਾਇਰੈਕਟ ਬੈਚਲਰ ਵਾਸਤੇ। ਬਟ ਇਟ ਡਿਪੈਂਡਸ ਔਨ ਦ ਬੈਂਡ ਸਕੋਰ। 6.0 ਡਾਇਰੈਕਟ ਬੈਚਲਰ, 5.0 1 year of pathway then bachelor, and 5.5 again 6 months of pathway then bachelor. ਤੇ ਅਗਰ ਸਟੂਡੈਂਟ ਕੋਲ ਲਾਈਕ 5 ਬੈਂਡ ਜਾਂ 5.5 ਬੈਂਡ ਨੇ ਤੇ ਫਿਰ ਉਹ ਜਿਹੜੇ ਸਟੂਡੈਂਟ ਦੀ ਅਸੀਂ ਫਾਈਲ ਲਗਾਵਾਂਗੇ ਇੱਥੋਂ ਤੇ ਉਸ ਦਾ ਵੀਜ਼ਾ ਸਕਸੈਸ ਰੇਟ ਕੀ ਹੋਏਗਾ? ਤੇ ਪਲੱਸ ਜਿਹੜਾ ਪ੍ਰੋਗਰਾਮ ਨਾਲ ਲੱਗ ਕੇ ਪਲੱਸ ਉਹਨੂੰ ਫਰਦਰ ਜਿਹੜੀ ਗ੍ਰੈਡ ਦੀ ਜਿਹੜੀ ਹੈਗੀ ਉਸ ਨੂੰ ਆਫਰ ਲੈਟਰ ਵੀ ਨਾਲ ਹੀ ਮਿਲੇਗੀ ਕਿ ਉੱਥੇ ਜਾ ਕੇ ਮਿਲੇਗੀ? ਉੱਥੇ ਜਾ ਕੇ ਫੀਸ ਪੇ ਕਰੇਗਾ ਬੱਚਾ ਲਾਈਕ ਫਸਟ ਸਮੈਸਟਰ ਦੀ, ਕਿ ਇੰਡੀਆ ਤੋਂ ਹੀ ਫਸਟ ਸਮੈਸਟਰ ਦੀ ਵੀ ਨਾਲ ਜਾਏਗੀ? ਓਕੇ, ਫਸਟ ਆਫ ਆਲ ਜਿਹੜਾ ਸਾਡਾ ਵੀਜ਼ਾ ਸਕਸੈਸ ਰੇਟ ਆ 99.9% ਹੈ। ਸਾਡਾ ਬਹੁਤ ਹੀ ਹਾਰਡਲੀ ਕਦੀ ਇੱਦਾਂ ਹੋਇਆ ਉਹ ਵੀ ਸਟੂਡੈਂਟ ਦੀ ਮਿਸਟੇਕ ਦੀ ਵਜ੍ਹਾ ਨਾਲ ਵੀ ਮੈਂ ਜਰਮਨੀ ਜਾਣਾ ਬਿਕੋਜ਼ ਮੈਨੂੰ ਹਿਟਲਰ ਪਸੰਦ ਆ। ਨੋ, ਦੈਟਸ
ਅਦਰਵਾਈਜ਼ ਸਾਡਾ ਜਿਹੜਾ ਕਦੀ ਵੀ ਇੱਦਾਂ ਨਹੀਂ ਹੋਇਆ ਕਿ ਕਿਸੇ ਦਾ ਵੀਜ਼ਾ ਰਿਜੈਕਟ ਹੋਇਆ ਬਿਕੋਜ਼ ਜਰਮਨ ਐਮਬੈਸੀ ਵਾਸਤੇ ਪਾਸ ਜਿਹੜਾ ਤੁਹਾਡਾ ਐਜੂਕੇਸ਼ਨ ਮੈਟਰ ਨਹੀਂ ਕਰਦਾ ਗੈਪ ਚਾਹੇ 10 ਸਾਲ ਦਾ ਚਾਹੇ 12 ਸਾਲ ਦਾ ਆ ਜਿੰਨਾ ਮਰਜ਼ੀ ਹੈ ਮੈਟਰ ਨਹੀਂ ਕਰਦਾ ਆਈ ਮੀਨ ਗੈਪ ਇਜ਼ ਸਟਿਲ ਰੈਲੇਵੈਂਟ ਟੂ ਜਰਮਨ ਐਮਬੈਸੀ ਅਤੇ ਉਸ ਤੋਂ ਬਾਅਦ ਜਿਹੜਾ ਕਹਿੰਦੇ ਆ ਤੁਸੀਂ ਕਿਹਾ ਆਫਰ ਲੈਟਰ ਬੈਚਲਰ ਡਿਗਰੀ ਨਾਲ ਰਾਈਟ ਜਿਹੜੀ ਬੱਚੇ ਦੀ ਜਦੋਂ ਸਕਾਈਪ ਇੰਟਰਵਿਊ ਕਲੀਅਰ ਹੋ ਜਾਂਦੀ ਆ ਰਾਈਟ ਮਤਲਬ ਬੱਚੇ ਦਾ ਸਾਰਾ ਕੁਝ ਕਲੀਅਰ ਹੋ ਗਿਆ ਫਿਰ ਅਸੀਂ ਉਹਨੂੰ ਪ੍ਰੋਵਿਜ਼ਨਲੀ ਐਕਸੈਪਟ ਕਰਦੇ ਹਾਂ ਕਿ ਉਹਨੂੰ 3650 ਜਿਹੜੀ ਆ ਐਡਵਾਂਸ ਟਿਊਸ਼ਨ ਵੀ ਪੇ ਕਰਨੀ ਪੈਣੀ ਆ ਫਿਰ ਅਸੀਂ ਉਹਨੂੰ ਵੀਜ਼ਾ ਦੇ ਜਿੰਨੇ ਵੀ ਲੈਟਰਸ ਆ ਉਹ ਦੇਵਾਂਗੇ ਲਾਈਕ ਵੀਜ਼ੇ ਵਾਸਤੇ ਜਿਹੜੀ ਵੀ ਡਾਕੂਮੈਂਟੇਸ਼ਨ ਹੋਊਗੀ ਠੀਕ ਹੈ ਵਨ ਸਟੂਡੈਂਟ ਗੈਟ ਦ ਵੀਜ਼ਾ ਜਦ ਵੀਜ਼ਾ ਆਉਣ ਤੋਂ ਬਾਅਦ ਹੀ ਜਿਹੜੀ ਪੈਂਡਿੰਗ ਟਿਊਸ਼ਨ ਫੀ ਪੇ ਕਰ ਸਕਦਾ ਜਾਂ ਫਿਰ once he is in Germany he can pay the pending tuition fee but offer letter ਤੇ ਲਿਖਿਆ ਹੋਏਗਾ ਬੱਚੇ ਦੀ ਸਟੱਡੀ ਜਿਹੜੀ ਉਹ 3.5 ਸਾਲ ਦੀ ਹੈ ਜਾਂ 4 ਸਾਲ ਦੀ ਹੈ ਜਾਂ 3 ਸਾਲ ਦੀ ਇੱਦਾਂ ਨਹੀਂ ਹੋਊਗਾ ਕਿਸੇ you know it's like 3.5 years of bachelor or 4.0 years of bachelor ਓਕੇ MBA ਦੇ ਵਿੱਚ ਤੁਹਾਡੀ 1 year ਦੀ ਦੇ ਰਹੇ ਹੋ ਕਿ 2 years ਦੀ ਆ ਜਾਂ ਤੁਹਾਡੀ 1.5 ਸਾਲ ਦੀ ਆ it's for 1.5 years 8 ਸਾਲ ਦੀ ਓਕੇ और प्रो रिक्वायरमेंट इज लाइक बच्चे को बैचलर ऑनर्स डिग्री होनी चाहिए या फिर उसको बीटेक कोई भी जी 4 साल की डिग्री होती है लॉ हो गया या बीटेक होगी कोई भी डिग्री प्लस वो भी 6.5 आइल्स होनी चाहिए एंड 3 years ऑफ वर्क एक्सपीरियंस जोड़ा है वो मैंडेटरी है ओके ਦੈਟ ਮੀਨਸ ਕਿ ਬੈਂਡਸ ਰਿਕੁਆਇਰਡ ਨੇ ਮਾਸਟਰਸ ਪ੍ਰੋਗਰਾਮ ਲੈਣ ਲਈ ਪੀਜੀ ਪ੍ਰੋਗਰਾਮ ਲਈ ਜਾਂ ਮਾਸਟਰਸ ਲੈਣ ਲਈ ਤੁਸੀਂ ਇਸ ਤਰ੍ਹਾਂ ਕਹਿ ਰਹੇ ਹੋ ਇਟਸ ਮੈਂਡੇਟਰੀ ਓਕੇ ਐਂਡ ਫॉर ਬੈਚਲਰ ਡਿਗਰੀ ਇਸ ਦੇ ਲਈ ਤਾਂ ਕੋਈ ਆਇਲਸ ਦੀ ਰਿਕੁਆਇਰਮੈਂਟ ਨਹੀਂ ਹੈ ਨਹੀਂ ਬੈਚਲਰ ਡਿਗਰੀ ਵਾਸਤੇ 6.0 ਆਇਲਸ ਚਾਹੀਦੇ 6.0 ਚਾਹੀਦੇ ਨੇ ਐਗਜ਼ੈਕਟਲੀ ਓਕੇ 5 और 5.5 ਦੇ ਉੱਤੇ ਜਿਹੜਾ 6 ਮੰਥ ਦਾ ਜਿਹੜਾ ਵਾ ਇੰਗਲਿਸ਼ ਪ੍ਰੋਗਰਾਮ ਨਾਲ ਲੱਗ ਜਾਏਗਾ ਇੰਗਲਿਸ਼ ਐਬਿਲਿਟੀ ਅਗਰ ਬੱਚੇ ਦੇ 5.5 ਜਾਂ 5 ਪੈਂਦੇ ਫਿਰ ਉਹਨਾਂ ਨੂੰ ਬਿਜ਼ਨਸ ਪ੍ਰੈਪਰੇਸ਼ਨ ਕਰਨਾ ਪੈਣਾ ਫਿਰ ਬੈਚਲਰ ਚ ਜਾ ਸਕਦੇ ਆ ਅਗਰ ਬੱਚੇ ਦੇ 6.0 ਆ ਦੇ ਕੈਨ ਗੋ ਫॉर ਡਾਇਰੈਕਟ ਬੈਚਲਰ ਓਕੇ 6 ਮੰਥਸ ਜਾ ਕੇ ਬੱਚਾ ਉੱਥੇ ਇੰਗਲਿਸ਼ ਦਾ ਟੈਸਟ ਕਲੀਅਰ ਅਗਰ ਨਹੀਂ ਕਰ ਪਾਉਂਦਾ ਫਿਰ ਉਸ ਕੰਡੀਸ਼ਨ ਵਿੱਚ ਕੀ ਕਰਨਾ ਪਏਗਾ ਸਟੂਡੈਂਟ ਨੂੰ ਵੈਲ ਮੋਸਟ ਆਫ ਦ ਟਾਈਮ ਮਤਲਬ ਜਿੱਦਾਂ ਮੈਂ ਤੁਹਾਨੂੰ ਦੱਸਿਆ 18 ਬੱਚਿਆਂ ਦੀ ਕਲਾਸ ਹੁੰਦੀ ਆ ਬਹੁਤ ਹੀ ਵਧੀਆ ਐਟਮੋਸਫੇਅਰ ਹੁੰਦਾ ਹੈ ਕੋਈ ਸਟੂਡੈਂਟ ਹੈ ਜਿਹੜਾ ਨਹੀਂ ਕਰਦਾ ਉਹ ਵੀ ਤਾਂ ਨਹੀਂ ਕਰਦਾ ਕਿਉਂਕਿ ਉਹਨੂੰ ਕੇਅਰ ਨਹੀਂ ਹੁੰਦੀ ਰਾਈਟ ਮੋਸਟ ਆਫ ਦ ਟਾਈਮ ਸਟੂਡੈਂਟ ਜਿਹੜੇ ਕਲੀਅਰ ਕਰ ਹੀ ਲੈਂਦੇ ਅਗਰ ਨਹੀਂ ਕਰ ਪਾਉਂਦੇ ਉਹਨਾਂ ਨੂੰ ਐਕਸਟੈਂਸ਼ਨ ਮਿਲ ਜਾਂਦੀ ਓਕੇ ਦੈਟ ਮੀਨਸ ਈਜ਼ੀਲੀ ਜਿਹੜਾ ਵਾ ਉਹ ਇਸ ਇੰਗਲਿਸ਼ ਟੈਸਟ ਨੂੰ ਵੀ ਕਲੀਅਰ ਕਰਕੇ ਆਪਣੀ ਡਿਗਰੀ ਵੀ ਜਿਹੜੀ ਕੰਪਲੀਟ ਕਰ ਸਕਦਾ ਇਸ ਤੋਂ ਬਾਅਦ ਵਰਕ ਪਰਮਿਟ ਦੇ ਕੀ ਚਾਂਸਸ ਹੁੰਦੇ ਕਿੰਨੇ ਸਾਲ ਦਾ ਵਰਕ ਪਰਮਿਟ ਮਿਲੇਗਾ ਦੋਨੋਂ ਕੈਟੇਗਰੀ ਦੇ ਵਿੱਚ ਬੈਚਲਰਸ ਤੋਂ ਬਾਅਦ ਵੀ ਔਰ ਮਾਸਟਰਸ even if it's bachelor master ਬੱਚੇ ਨੂੰ ਜਿਹੜਾ ਆ 18 ਮਹੀਨੇ ਦਾ ਵਰਕ ਸਰਚ ਜੌਬ ਸਰਚਿੰਗ ਵੀਜ਼ਾ ਮਿਲਦਾ ਪਹਿਲਾਂ ਤੇ ਇਹਨਾਂ 18 ਮਹੀਨੇ ਦਾ ਕੁਝ ਵੀ ਕਰ ਸਕਦਾ ਚਾਹੇ ਉਹ ਫੁੱਲ ਟਾਈਮ ਕੰਮ ਕਰੇ ਪਰ ਉਹਨੂੰ ਕਿਸੇ ਕੰਪਨੀ ਨਾਲ ਮਤਲਬ ਕੰਟਰੈਕਟ ਚਾਹੀਦਾ ਹੈ 18 ਮਹੀਨਿਆਂ ਦੇ ਵਿੱਚ ਕਿ ਮੈਨੂੰ ਇਸ ਕੰਪਨੀ ਤੋਂ ਫੁੱਲ ਟਾਈਮ ਕੰਟਰੈਕਟ ਮਿਲ ਗਿਆ ਆ ਦੈਨ ਉਹ ਬੱਚਾ ਅਥਾਰਟੀਜ਼ 'ਚ ਜਾ ਕੇ ਆਪਣਾ ਵਰਕ ਪਰਮਿਟ ਲੈ ਸਕਦਾ ਚਾਹੇ ਉਹਨੂੰ 10 ਮਹੀਨੇ ਬਾਅਦ ਬਹੁਤ ਹੁੰਦਾ ਆ ਅਗਰ ਤੁਸੀਂ ਕੋਈ ਜੌਬ ਲੱਭਣੀ ਹੈ ਬਿਕੋਜ਼ ਯੂ ਆਰ ਫ੍ਰੀ ਯੂ ਕੈਨ ਫਾਈਂਡ ਅ ਜੌਬ ਐਨੀਵੇਅਰ ਈਜ਼ੀਲੀ ਸੋ ਐਂਡ ਆਈ ਵੁੱਡ ਸੇ ਵਨ ਥਿੰਗ ਹੇਅਰ ਮਿਊਨਿਕ ਜਿਹੜਾ ਆ ਉਹ ਇੰਡਸਟਰੀਅਲ ਹੱਬ ਆ ਜਰਮਨੀ ਦਾ ਦੇਰ ਆਰ many 81,000 companies in Munich including BMW, Siemens, Allianz ਬਹੁਤ ਮਤਲਬ ਜਿਹੜੇ ਮਲਟੀਨੈਸ਼ਨਲ ਕੰਪਨੀਜ਼ in Munich ਲਾਸਟ ਈਅਰ ਇੱਥੇ 52,000 ਜੌਬ ਵੈਕੈਂਸੀਜ਼ ਸੀ Of course, ਇਹਨਾਂ ਨੂੰ ਇੱਥੇ ਪੜ੍ਹੇ ਲਿਖੇ ਲੋਕਾਂ ਦੀ ਜ਼ਰੂਰਤ ਹੈ no employees ਦੀ ਜ਼ਰੂਰਤ ਹੈ why Germany is running so many visas right now because they need employees so ਅਗਰ ਕਿ ਤੁਹਾਡਾ ਨਾ ਤੁਹਾਡੇ ਕੋਲ ਬੈਚਲਰ ਡਿਗਰੀ ਹੈਗੀ ਆ then you can speak good English for you to find a work here is not easy okay ਇਹ ਤੇ ਹੋ ਗਈ 5 ਬੈਂਡ ਤੇ 5.5 ਬੈਂਡ ਵਾਲਿਆਂ ਦੀ ਸਟੂਡੈਂਟਸ ਦੀ ਗੱਲ ਵਿਦਆਊਟ ਆਇਲਸ ਕਿ ਬੱਚਾ ਐਡਮਿਸ਼ਨ ਲੈ ਸਕਦਾ ਵਾ ਬੈਚਲਰਸ ਜਾਂ ਮਾਸਟਰਸ ਲਈ no go without that because ਬੱਚੇ ਨੇ ਬਿਜ਼ਨਸ ਸਟੱਡੀ ਕਰਨਾ ਆ ਯੂ نو ਅਗਰ ਬੱਚੇ ਨੂੰ ਇੰਗਲਿਸ਼ ਹੀ ਨਹੀਂ ਆਉਂਦੀ then first of all ਤੇ ਉਹ ਸਾਨੂੰ ਅੰਡਰਸਟੈਂਡ ਹੀ ਨਹੀਂ ਕਰ ਸਕਦਾ and then how is he gonna study business because business ਨੂੰ ਅੰਡਰਸਟੈਂਡ ਕਰਨ ਵਾਸਤੇ ਤੁਹਾਡੀ ਕਮਿਊਨੀਕੇਸ਼ਨ ਸਕਿੱਲਸ ਹੋਣੀ ਚਾਹੀਦੀਆਂ ਸਾਡੇ ਕੋਲ ਈਵਨ ਇੱਥੇ ਜਿਹੜੇ 6.0 ਵਾਲੇ ਬੱਚੇ ਵੀ ਆਉਂਦੇ ਆ ਮੋਸਟਲੀ ਫਰਮ ਪੰਜਾਬ
they don't understand what we are saying. They ਉਹਨਾਂ ਨੂੰ ਸਮਝ ਨਹੀਂ ਆਉਂਦੀ, ਉਹਨਾਂ ਨੂੰ ਸਮਝ ਨਹੀਂ ਆਉਂਦੀ ਐਂਡ ਇਮੇਜਿਨ ਕਿ ਅਸੀਂ ਬਿਨਾਂ ਆਇਲਸ ਤੋਂ ਜੇ ਐਕਸੈਪਟ ਕਰਾਂਗੇ ਦੈਨ ਤੇ ਫਿਰ ਬਸ। ਬਟ ਜਰਮਨੀ ਦੇ ਵਿੱਚ ਅਸੀਂ ਖੁਦ ਵੀਜ਼ਾਸ ਲਏ ਨੇ ਵਿਦਆਊਟ ਆਇਲਸ ਲਏ ਨੇ ਕਾਫੀ ਸਾਰੇ ਕਾਲਜ ਯੂਨੀਵਰਸਿਟੀਜ਼ ਦੇ ਵਿੱਚ। I mean, would you send your children to a university who accept without IELTS? Tell me, honest. No, right? Because of course, I mean, I would not go to a university which say, hey, come, we don't need this, we don't need that. I mean, we are here for the success of our students, right? We want कि वो इतना पैसा, okay, इतने आके वो पैसे दे दे, right? 5,000 4,000 euro fees दे दे, ठीक क्या? उस तो बाद उन्होंने कुछ समझ ही नहीं आ रहा। It's like कि lighter लो ते money burn कर, you know? You need to understand everything. You need to have the communication skill to get your degree. That's why IELTS is mandatory. Okay, for MBA program also the IELTS should be at least minimum it should be 5 or 5.5. It should be 6.5 for the MBA. For For master MBA. level, it should be. Okay. और Yeah. ठीक है, गैप किन एक्सेप्टेड होएगा? गैप Irrelevant. As I told you, gap is irrelevant. चाहे 10 साल दा या चाहे 12 साल दा। even after 12th grade, even after 12th grade Yeah. अगर अच्छा we can get the admission over here. We had a student she was from Sri Lanka, I think. She was 43 and she applied for the bachelor program. So gap is irrelevant. For Germany, वैसे gap doesn't matter. Okay. और आफ्टर 12th कोई डिप्लोमास ना ਕੀਤਾ ਹੋਵੇ ਸਟੂਡੈਂਟ ਨੇ ਔਰ ਸਿਰਫ ਉਹਨੇ ਜੌਬ ਕੀਤੀ ਹੋਵੇ 10 ਸਾਲ 12 ਸਾਲ ਸਟਿਲ ਉਹ ਜਿਹੜਾ ਵਾ ਉਸਨੂੰ ਆਫਰ ਲੈਟਰ ਐਡਮਿਸ਼ਨ ਉਸਦੀ ਹੋ ਸਕਦੀ ਤੁਹਾਡੇ ਕਾਲਜ। Yeah, sure. I mean, ਬੱਚੇ ਦੀ SOP strong ਹੋਣੀ ਚਾਹੀਦੀ ਹੈ ਕਿ ਮੈਂ ਕਰਦਾ ਕੀ ਪਿਆ ਸੀ ਇਸ ਟਾਈਮ ਤੇ ਡਿਊਰਿੰਗ। ਬਿਕਾਜ਼ ਇਨ ਅਦਰ ਕੰਟਰੀ, ਕਿਉਂਕਿ ਅਸੀਂ ਦੂਸਰੀ ਕੰਟਰੀਜ਼ ਆਸਟ੍ਰੇਲੀਆ ਕੈਨੇਡਾ ਦੀ ਗੱਲ ਕਰੀਏ ਉੱਥੇ 12 ਪਾਸ ਸਟੂਡੈਂਟ ਜਿਹੜਾ ਹੁੰਦਾ ਉਸਨੂੰ ਇੰਨਾ ਲੰਬਾ ਜਿਹੜਾ ਵਾ ਅਗਰ ਜੌਬ ਕਰਦਾ ਇੰਡੀਆ ਦੇ ਵਿੱਚ ਫਿਰ ਦਿੱਕਤ ਆਉਂਦੀ ਹੈ ਵੀਜ਼ਾ ਲੈਣ ਦੇ ਵਿੱਚ। ਆਫਰ ਲੈਟਰ ਲੈਣ ਵਿੱਚ ਕੋਈ ਦਿੱਕਤ ਨਹੀਂ ਹੈ, ਕੋਈ ਪ੍ਰੋਬਲਮ ਨਹੀਂ ਹੈ, ਬਟ ਵੀਜ਼ਾ ਟਾਈਮ ਦੇ ਉੱਤੇ ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ ਕਿ ਇੱਕ ਛੋਟਾ ਜਿਹਾ ਬੱਚਾ ਜਿਹਨੇ 12th ਗ੍ਰੇਡ ਪਾਸ ਆਊਟ ਕੀਤੀ ਹੈ ਉਹ ਬੱਚਾ ਜਿਹੜਾ ਇੰਡੀਆ ਵਿੱਚ ਇੰਨੀ ਸਾਰੀ ਜੌਬਸ ਕਰ ਰਿਹਾ 10-12 ਸਾਲ ਤੋਂ ਫਿਰ ਥੋੜੀ ਪ੍ਰੋਬਲਮ ਆਉਂਦੀ ਹੈ। ਤਾਂ ਜਰਮਨੀ ਵਿੱਚ ਕੀ ਇਸ ਤਰ੍ਹਾਂ ਨਹੀਂ ਹੈਗਾ? No. As I told you, we had students like she had 20 years of gap. So after 12th grade, so Germany embassy वास्ते gap बिल्कुल irrelevant है। ਉਹਨਾਂ ਨੂੰ ਕੋਈ ਇਸ਼ੂ ਨਹੀਂ ਹੁੰਦਾ unless ਬੱਚਾ ਆਪਣੀ SOP ਵਿੱਚ ਕਹਿ ਦਿੰਦਾ ਕਿ ਹਾਂ ਮੈਂ ਇਹ ਕਰ ਰਿਹਾ ਸੀ ਹੁਣ ਮੈਂ ਆਪਣਾ ਕੈਰੀਅਰ ਅੱਗੇ ਇਸ ਫੀਲਡ 'ਚ ਪਰਸਿਊ ਕਰਨਾ ਚਾਹੁੰਦਾ ਹਾਂ, so no issues. Because we had the cases like that. It's all good. Okay, what about ਸਪਾਊਸ ਵੀ ਨਾਲ ਜਾ ਸਕਦਾ ਹੈਗਾ 12 ਵਿੱਚ ਤੇ ਨਹੀਂ ਜਾਏਗਾ ਨਾਲ ਮੇਰੇ ਖਿਆਲ ਮਾਸਟਰਸ ਪ੍ਰੋਗਰਾਮ ਲਈ ਕਰ ਸਕਦਾ ਹੈ। For bachelor program also they can come along. Okay. Bachelor ਵਾਸਤੇ ਵੀ ਉਹ ਨਾਲ ਆ ਸਕਦੇ, ਚਾਹੇ ਉਹ ਨਾਲ ਹੀ ਫਾਈਲ ਅਪਲਾਈ ਕਰ ਦੇਣ ਕਿ ਮੇਰੀ ਵਾਈਫ ਦੀ ਜਾਂ ਮੇਰੇ ਹਸਬੈਂਡ ਦੀ ਆਲਰੇਡੀ ਆਫਰ ਲੈਟਰ ਰਹਿ ਗਿਆ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਕੁੜੀ ਜਾਂ ਮੁੰਡਾ ਪਹਿਲਾਂ ਇੱਥੇ ਆ ਜਾਂਦੇ ਆ ਦੈਨ ਉਹ ਆਪਣਾ ਰੈਜ਼ੀਡੈਂਸ ਪਰਮਿਟ ਜਿਹੜਾ ਇੱਥੇ ਮਿਲ ਜਾਂਦਾ ਹੈ ਤੇ ਉਹ ਇੱਥੇ ਰਹਿ ਰਹੇ ਆ ਉਹ ਐਡਰੈਸ ਕਿ ਉਹਨਾਂ ਕੋਲ ਜਗ੍ਹਾ ਹੈਗੀ ਆਪਣੀ ਸਪਾਊਸ ਵਾਸਤੇ ਐਂਡ ਫਿਰ ਸਪਾਊਸ ਦਾ ਵੀ ਬਲੌਕ ਅਕਾਊਂਟ ਚਾਹੀਦਾ ਹੈ ਉਹਨਾਂ ਨੂੰ, ਦੈਨ ਦੇ ਕੈਨ ਕਮ। ਨਹੀਂ, I don't know more about it, but for bachelor, actually yes, for pathway as well they can come for all programs. ਓਕੇ, ਫॉर ਬੈਚਲਰ ਦੋਨਾਂ ਦੀ ਇਕੱਠਿਆਂ ਫਾਈਲ ਦੀ ਗੱਲ ਕਰ ਰਹੀ ਹੈ ਨਾ ਕਿ ਵਿਜ਼ਿਟਰ ਵੀਜ਼ਾ ਦੀ ਗੱਲ ਕਰ ਰਹੀ ਹਾਂ ਕਿ ਵਨਸ ਦਾ ਵੀਜ਼ਾ ਇਜ਼ ਇਨ ਹੈਂਡ। ਓਕੇ, No, it's spouse visa. ਸਪਾਊਸ ਵੀਜ਼ਾ ਨਾਲ ਲੱਗ ਜਾਏਗਾ। ਓਕੇ, ਬਲੌਕ ਅਕਾਊਂਟ ਸਭ ਦੇ ਲਈ ਕੰਪਲਸਰੀ ਹੈਗਾ ਰਾਈਟ? ਸਪਾਊਸ ਵੀ ਨਾਲ ਅਪਲਾਈ ਕਰ ਰਹੇ Yeah, spouse ਦਾ ਵੀ ਬਲੌਕ ਅਕਾਊਂਟ ਹੋਣਾ ਚਾਹੀਦਾ। ਠੀਕ ਹੈ। ਅੱਛਾ, ਮੈਨੂੰ ਫੀਸ ਦਾ ਥੋੜਾ ਜਿਹਾ ਫੀਸ ਸਟਰਕਚਰ ਕੀ ਰਹੇਗਾ ਥੋੜਾ ਜਿਹਾ ਦੋਨਾਂ ਪ੍ਰੋਗਰਾਮ ਤਿੰਨਾਂ ਪ੍ਰੋਗਰਾਮਸ ਦੇ ਵਿੱਚ ਥੋੜਾ ਜਿਹਾ ਰਫਲੀ ਜਾਂ ਮੈਨੂੰ ਦੱਸੋਗੇ ਤੁਸੀਂ ਇੱਥੇ? ਸੋ ਬੈਚਲਰ ਦੀ ਜਿਹੜੀ ਫੀਸ ਆ ਉਹ ਹੈਗੀ 4900 ਯੂਰੋਸ ਪਰ ਸਮੈਸਟਰ ਤੇ ਜਿਹੜੀ ਮਾਸਟਰ ਦੀ ਫੀਸ ਆ MBA ਐਂਡ ਮਾਸਟਰ ਦੋਨਾਂ ਦੀ ਹੈਗੀ 6100 ਯੂਰੋਸ ਪਰ ਸਮੈਸਟਰ। ਓਕੇ, ਬੜੀ ਰੀਜ਼ਨੇਬਲ ਹੈਗੀ, ਬੜੀ ਅਫੋਰਡੇਬਲ ਜੀ ਹੈਗੀ ਹੈ, ਜ਼ਿਆਦਾ ਨਹੀਂ ਹੈ ਐਜ਼ ਕੰਪੇਅਰ ਟੂ ਅਦਰ ਕੰਟਰੀਜ਼। Exactly, compared to other countries as well as compared to other schools in Germany as well. ਓਕੇ, ਮੇਰੇ ਖਿਆਲ ਸਾਰਾ ਕੁਝ ਕਵਰ ਕਰ ਲਿਆ। ਕੁਝ ਦੱਸੋ ਕਿ ਕਾਲਜ ਕਿੰਨੀ ਦੂਰੀ ਤੇ ਹੈਗਾ ਡਾਊਨਟਾਊਨ ਤੋਂ, ਜਾਂ ਕੁਝ ਇੱਥੇ ਜੌਬ ਓਪਰਚੁਨਿਟੀਜ਼ ਕੀ ਹੋਣਗੀਆਂ ਸਟੂਡੈਂਟਸ ਨੂੰ, ਪਾਰਟ ਟਾਈਮ ਵਰਕ ਦੇ ਪਰ ਵੇਜਿਸ ਕੀ ਹੋਣਗੇ ਪਰ ਆਵਰ, ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ? ਸੋ ਜਿਹੜਾ ਕਾਲਜ ਆ ਉਹ ਮਿਊਨਿਕ ਦੇ ਵਿੱਚ ਹੀ ਆ, ਇਟਸ ਲਾਈਕ ਆਈ ਥਿੰਕ 7-8 ਮਿੰਟਸ ਡਾਊਨਟਾਊਨ ਤੋਂ
ਅਗਰ ਤੁਸੀਂ ਪਬਲਿਕ ਟਰਾਂਸਪੋਰਟੇਸ਼ਨ ਲੈਂਦੇ ਆ ਤੇ ਪਬਲਿਕ ਟਰਾਂਸਪੋਰਟ ਮਿਊਨਿਕ ਦੇ ਵਿੱਚ ਜੇ ਗੱਲ ਕੀਤੀ ਜਾਏ ਇਟਸ ਵੈਰੀ ਗੁੱਡ ਆਈ ਮੀਨ ਮੈਂ ਖੁਦ ਐਜ਼ ਅ ਸਟੂਡੈਂਟ ਤੁਹਾਨੂੰ ਪਤਾ ਹੁੰਦਾ ਇੱਧਰ ਜਾਣਾ ਉੱਧਰ ਜਾਣਾ ਇੱਧਰ ਜਾਣਾ ਲਾਈਕ ਕਿਤੇ ਵੀ ਤੁਸੀਂ ਮਿਊਨਿਕ 'ਚ ਜਾਂਦੇ ਮੈਕਸਿਮਮ ਟੇਕਸ 30 ਮਿੰਟਸ ਐਂਡ ਇਟਸ ਰੀਅਲੀ ਗੁੱਡ ਆਫਟਰ 5 ਮਿੰਟਸ ਆਫਟਰ 10 ਮਿੰਟਸ ਮੋਰਨਿੰਗ ਟਾਈਮ ਜਦੋਂ ਬੱਚੇ ਦੀਆਂ ਕਲਾਸਾਂ ਹੁੰਦੀਆਂ ਉਦੋਂ ਤੇ 5 ਮਿੰਟਸ ਦੇ ਟਰਾਂਸਪੋਰਟ ਅਵੇਲੇਬਲ ਹੁੰਦਾ ਹੈ ਹਰ ਕਿਤੋਂ ਮਿਊਨਿਕ 'ਚ ਚਾਹੇ ਤੁਸੀਂ ਕਿਤੇ ਵੀ ਹੋ ਯੂ ਕੈਨ ਗੈਟ ਦੇਅਰ ਈਜ਼ੀਲੀ ਐਂਡ ਅਗਰ ਮੈਂ ਜੌਬਸ ਦੀ ਗੱਲ ਕਰਾਂ ਫॉर ਬੈਚਲਰ ਸਟੂਡੈਂਟਸ ਜਿਹੜੇ ਬੈਚਲਰ ਆਉਂਦੇ ਅਫਕੋਰਸ ਉਹਨਾਂ ਕੋਲ ਵਰਕ ਐਕਸਪੀਰੀਅੰਸ ਨਹੀਂ ਹੁੰਦਾ ਉਹਨਾਂ ਨੇ 12th ਕੀਤੀ ਹੁੰਦੀ ਆ ਐਂਡ ਉਸ ਤੋਂ ਬਾਅਦ ਆਇਲਸ ਕੀਤੀ ਹੁੰਦੀ ਆ ਉਹਨਾਂ ਵਾਸਤੇ ਜੇ ਆਪਾਂ ਜੌਬ ਦੀ ਸ਼ੁਰੂ 'ਚ ਗੱਲ ਕਰੀਏ they can work on any restaurant or Amazon or Lieferando ਕਿਸੇ ਵੀ delivery company ਦੇ ਵਿੱਚ ਠੀਕ ਹੈ because something is better than nothing ਠੀਕ ਹੈ ਇੱਥੇ ਆ ਕੇ ਵਿਹਲੇ ਬੈਠਣ ਨਾਲੋਂ ਕਿਤੇ ਵੀ ਕੰਮ ਕਰ ਸਕਦੇ ਆ ਰਾਈਟ ਐਂਡ once they have kind of 2-3 semester ਦਾ ਉਹਨਾਂ ਕੋਲ ਜੇ ਮਤਲਬ ਸਟੱਡੀ ਹੈਗੀ ਆ then they can start sending their CVs to the companies ਕਿ ਮੈਂ ਇੱਥੇ ਕੰਮ ਕਰ ਰਿਹਾ ਮੈਨੂੰ ਇੰਟਰਨਸ਼ਿਪ ਚਾਹੀਦੀ ਮੈਂ ਐਜ਼ ਅ ਵਰਕ ਸਟੂਡੈਂਟ ਆਪਣਾ ਐਕਸਪੀਰੀਅੰਸ ਲੈਣਾ ਆ ਤੇ ਉਹ ਤੁਹਾਨੂੰ you can try it's really depend on students student could no motivation honi chahiye he should send CVs cover letter to I would say as much as possible right and minimum wage ਦੀ ਗੱਲ ਕਰੀਏ ਇਸ ਟਾਈਮ ਹੈਗੀ ਆ 9.40 euros minimum ਤੁਹਾਡਾ ਇੰਪਲੋਇਰ ਇੰਨੇ ਤੇ ਤੁਹਾਨੂੰ ਪੇ ਕਰੂਗਾ ਇਸ ਤੋਂ ਵੱਧ ਕਰ ਸਕਦਾ ਬਟ ਇਸ ਤੋਂ ਘੱਟ ਨਹੀਂ ਉਹ ਕਰ ਸਕਦਾ this is the minimum that he has to pay you right and it's also vary ਕਿ ਮਿਊਨਿਕ ਦੇ ਵਿੱਚ ਤੁਹਾਨੂੰ ਕਈ ਵਾਰੀ 13 ਯੂਰੋ ਮਿਲ ਜਾਂਦੇ ਘੰਟੇ ਦੇ ਅਗਰ ਤੁਸੀਂ ਡਿਲੀਵਰੀ ਕੰਪਨੀ 'ਚ ਕੰਮ ਕਰ ਰਹੇ ਹੋ ਕਈ ਵਾਰੀ 14 ਵੀ ਮਿਲ ਜਾਂਦੇ ਆ ਰਾਈਟ ਐਂਡ 12 ਵੀ ਮਿਲ ਜਾਂਦੇ ਆ ਬਟ ਇਟਸ ਨਾਟ ਦ ਕੇਸ ਇਫ ਯੂ ਗੋ ਟੂ ਐਨੀ ਅਦਰ ਸਿਟੀ ਲਾਈਕ ਅਗਰ ਤੁਸੀਂ ਬਰਲਿਨ ਜਾਂਦੇ ਆ ਉੱਥੇ ਤੁਹਾਨੂੰ ਇੰਨੀ ਦੇਣਗੇ ਇਸ ਤੋਂ ਵੱਧ ਨਹੀਂ ਦੇਣਗੇ ਕਰਨਾ ਕਰੋ ਨਹੀਂ ਕਰਨਾ ਨਾ right minimum salary ਜਿਹੜੀ ਬਰਲਿਨ ਦੇ ਵਿੱਚ ਹੈਗੀ ਆ ਅਗਰ ਤੁਸੀਂ ਗ੍ਰੈਜੂਏਟ ਐਟ 1600 euros and ਜੇ ਤੁਸੀਂ ਮਿਊਨਿਕ ਦੀ ਗੱਲ ਕਰੀਏ ਇਸ 2500 ਯੂਰੋ ਤੋਂ 3000 ਯੂਰੋ ਤੱਕ ਤੁਹਾਨੂੰ ਉਹਨਾਂ ਨੂੰ ਪੇ ਕਰਨਾ ਹੀ ਪਊਗਾ ਫੁੱਲ ਟਾਈਮ ਜੋਬ ਦਾ ਸੋ ਮਿਊਨਿਕ ਦੇ ਵਿੱਚ ਅਨਇੰਪਲੋਇਮੈਂਟ ਰੇਟ ਇਜ਼ ਲਾਈਕ 0.0 like 0.6% it's very low reason being मैं ਤੁਹਾਨੂੰ ਦੱਸਦਾ it's international hub 1.5 million ਇੱਥੋਂ ਦੀ population ਆ international students ਹੈ because ਜਿਹੜੇ world ਦੀਆਂ famous ਯੂਨੀਵਰਸਿਟੀਆਂ ਆ TUM LMU ਉਹ ਵੀ ਇੱਥੇ ਆ multinational companies ਇੱਥੇ ਆ expats ਹੁੰਦੇ ਆ so these are the kind of reason which makes Munich different than other cities okay during the study period ਕਿੰਨੇ hours working rights ਹੋਣਗੇ ਸਟੂਡੈਂਟ ਦੇ they can work 20 hours per week okay spouse ਦਾ ਤੇ ਹੋਏਗਾ ਵਾ 24 hours working rights ਹੋਣਗੇ right full time yeah okay spouse full time come okay and students ਉਹ 20 hours I mean Munich ਦੇ ਵਿੱਚ ਤੇ ਸਿਰਫ ਇੱਕੋ ਹੀ ਗੱਲ ਹੈ ਕਿ ਬੰਦਾ ਕੰਮ ਕਰਨ ਵਾਲਾ ਹੋਣਾ ਚਾਹੀਦਾ ਹੈ ਇੱਥੇ ਕੰਮ ਦੀ ਕੋਈ ਕਮੀ ਵੈਰੀ ਗੁੱਡ ਤੇ ਪੀਆਰ ਦੇ ਚਾਂਸਸ ਕੀ ਹੋਣਗੇ ਜਦੋਂ ਉਹਨੂੰ 1.5 ਸਾਲ ਦਾ ਜਿਹੜਾ ਵਾ ਵਰਕ ਪਰਮਿਟ ਮਿਲੂਗਾ PSWP ਔਰ ਉਸ ਤੋਂ ਬਾਅਦ ਕਿੰਨੇ ਕੁ ਸਾਲ ਦਾ ਐਸਟੀਮੇਟ ਪੀਆਰ ਹੋ ਜਾਂਦੀ ਹੈ ਕਿ ਨਹੀਂ ਕਿਉਂਕਿ ਲੋਕਾਂ ਦੇ ਮਨ ਵਿੱਚ ਇੱਕ ਸ਼ੰਕਾ ਹੁੰਦੀ ਆ ਪੀਆਰ ਨੂੰ ਲੈ ਕੇ ओके मान लो कि बच्चे ने बैचलर स्टूडेंट है उन्हें 3 साल स्टडी कर लिया अगर वो 2 साल काम करता यानी कि 2 साल वो अपने गवर्नमेंट को टैक्स पे कर रहे हैं जो तुम फुल टाइम जॉब कर रहे हो तो गवर्नमेंट को अपने टैक्स पे कर रहे हो जब उन्हें 2 साल अपने टैक्स पे करते दैन ही कैन अप्लाई फॉर PR ठीक है PR लिए अप्लाई कर 2 साल बाद टैक्स पे अगर उन्हें 5 साल टैक्स पे करते दैन ही कैन अप्लाई फॉर सिटीजनशिप फिर वो जब पासपोर्ट वास्ते so it's kind of like it's not a hard game अपने पंजाब च इत्थे कि कनाडा जाओ ऑस्ट्रेलिया जाओ kind of right but Germany दे विच Germany I love Germany to be honest I really ये कि I love quality of life मैं as a student इत्थे अपनी life enjoy की थी Germany is the center of Europe ਅਸੀਂ ਸਵਿਟਜ਼ਰਲੈਂਡ ਮੂਡ ਬਣਦਾ ਸੀ ਕਿ ਇੱਦਾਂ ਹੁੰਦਾ ਸੀ ਕਿ ਸਵਿਟਜ਼ਰਲੈਂਡ ਜਾਣਾ ਓਕੇ 2 ਘੰਟੇ ਲੱਗਦੇ ਆ ਆਸਟਰੀਆ ਜਾਣਾ ਓਕੇ 1.5 ਘੰਟਾ ਲੱਗਦਾ ਇਟਲੀ ਜਾਣਾ ਓਕੇ 3 ਘੰਟੇ ਲੱਗਦੇ ਆ ਯੂ نو ਇਟਸ ਦ ਕੁਆਲਿਟੀ ਆਫ ਲਾਈਫ ਠੀਕ ਹੈ ਐਂਡ ਉਸ ਤੋਂ ਬਾਅਦ ਜੇ ਤੁਸੀਂ ਪੀਆਰ ਦੀ ਗੱਲ ਕਰੋ 2 ਸਾਲ ਕੰਮ ਕਰਨਾ ਇਟਸ ਲਾਈਕ ਮਾਸਟਰ ਸਟੂਡੈਂਟ ਵਾਸਤੇ ਬੈਚਲਰ ਸਟੂਡੈਂਟ ਵਾਸਤੇ 2 ਸਾਲ ਕੰਮ ਕਰੋ ਤੁਹਾਨੂੰ ਪੀਆਰ ਮਿਲ ਸਕਦਾ ਠੀਕ ਹੈ 5 ਸਾਲ ਕੰਮ ਕਰੋ ਤੁਸੀਂ ਜਰਮਨ ਪਾਸਪੋਰਟ ਅਪਲਾਈ ਕਰ ਸਕਦੇ ਆ ਐਂਡ ਉਸ ਤੋਂ ਬਾਅਦ quality of life quality of education everything is perfect here ਮੰਥਲੀ ਮਤਲਬ ਮੰਥਲੀ ਸਟੂਡੈਂਟ ਜਿਹੜਾ 1 ਤੋਂ 1.5 ਲੱਖ ਰੁਪਇਆ ਜਿਹੜਾ ਈਜ਼ੀਲੀ ਕਮਾ ਸਕਦਾ ਇਨ ਫਿਊਚਰ ਆਲਸੋ PSWP ਦੇ ਵਿੱਚ ਵੀ ਤੇ ਜਿੰਨਾ ਕਿ ਕੈਨੇਡਾ ਵਿੱਚ ਅਸੀਂ ਬੱਚੇ ਜਿਹੜੇ ਕਰਦੇ ਆ ਅਗਰ
ਅਗਰ ਤੇ ਤੁਸੀਂ ਫੁੱਲ ਟਾਈਮ ਦੀ ਗੱਲ ਕਰਦੇ ਹੋ ਤੇ ਆਈ ਵੁੱਡ ਸੇ ਕਿ 2-2.5 ਲੱਖ ਕਮਾ ਸਕਦਾ ਹੈ। ਅਗਰ ਤੁਸੀਂ ਪਾਰਟ ਟਾਈਮ ਦੀ ਗੱਲ ਕਰਦੇ ਹੋ ਦੈਨ ਬੱਚੇ ਕਮਾ ਰਹੇ ਆ 80,000 90,000 ਪਰ ਮੰਥ। Okay. ਤੇ 45% is enough for 12th grade pass out students and ਜਿਨ੍ਹਾਂ ਨੇ ਗ੍ਰੈਜੂਏਸ਼ਨ ਇੰਡੀਆ 'ਚ ਕੀਤੀ ਉਹਨਾਂ ਤੇ ਵੀ 45% ਹੈ ਕਿ ਕੁਝ ਜ਼ਿਆਦਾ ਜਾਂ ਘੱਟ ਨੇ ਉਹਨਾਂ ਦੇ? ਸਿਰਫ ਡਿਗਰੀ ਹੋਣੀ ਚਾਹੀਦੀ। they should have the degree, doesn't matter ਕਿੰਨੇ ਪਰਸੈਂਟ ਹੈ ਕਿੰਨੇ ਪਰਸੈਂਟ ਨਹੀਂ ਆ। Okay. they just yeah Okay. ਤੇ ਇੱਕ ਚੀਜ਼ ਰਹਿ ਗਈ 12th grade ਜੇ ਬੱਚੇ ਨੇ ਇੰਡੀਆ 'ਚ ਕੀਤੀ ਲਾਈਕ ਓਪਨ ਬੋਰਡ 'ਚੋਂ ਕੀਤੀ ਹੈ ਤੇ ਕੀ ਉਸਦੀ ਐਡਮਿਸ਼ਨ ਹੋ ਜਾਏਗੀ ਇਸ ਕਾਲਜ ਵਿੱਚ? ਓਪਨ ਬੋਰਡ ਮਤਲਬ ਬੱਚੇ ਦੀ ਕਲਾਸਿਸ ਅਟੈਂਡ ਨਹੀਂ ਕੀਤੀਆਂ, ਰਾਈਟ? ਯਾ ਰੈਗੂਲਰ ਬੋਰਡ ਹੁੰਦਾ ਇੱਕ ਓਪਨ ਹੁੰਦਾ ਕਿ ਬੱਚਿਆਂ ਨੇ ਜਿਹੜੀ ਕਲਾਸਿਸ ਅਟੈਂਡ ਨਹੀਂ ਕੀਤੀਆਂ ਹੁੰਦੀਆਂ ਨੇ ਲੇਕਿਨ ਉਹ ਪਾਸ ਹੋਇਆ ਹੁੰਦਾ ਵਾ ਲਾਈਕ ਉਸਦੇ ਪਾਸ ਰਿਜ਼ਲਟ ਹੁੰਦਾ ਉਸਦੇ ਕੋਲ। ਮਤਲਬ ਕਿ ਜਿਹੜੀ ਬੋਰਡ ਆ ਉਹ ਐਫੀਲੀਏਟਡ ਹੁੰਦੀ ਹੈ? ਐਫੀਲੀਏਟਡ ਹੁੰਦੀ ਹੈ ਲੇਕਿਨ ਓਪਨ ਬੋਰਡਸ ਹੁੰਦੇ ਨੇ ਤੇ ਉਸਦੇ ਵਿੱਚ ਲਾਈਕ ਕੈਨੇਡਾ ਤੇ ਅਸੈਪਟ ਕਰਦਾ ਹੈ, ਆਸਟ੍ਰੇਲੀਆ ਵਿੱਚ ਅਸੈਪਟਡ ਨਹੀਂ ਆ। ਜਰਮਨੀ ਦੇ ਬਾਰੇ ਮੈਨੂੰ ਪਤਾ ਨਹੀਂ ਹੈਗਾ। I would need to say because ਸਾਡੇ ਕੋਲ ਇਦਾਂ ਦਾ ਕੋਈ ਕੇਸ ਆਇਆ ਨਹੀਂ ਓਪਨ ਬੋਰਡ ਵਾਲਾ। Okay. But if it's affiliated, if it's accredited, then should not be any problem. ਅਗਰ ਤੁਹਾਡੀ ਕੋਈ ਓਕੇ ਅਸੀਂ ਫਿਰ ਡਿਸਕਸ ਕਰ ਸਕਦੇ ਹਾਂ। ਬੜੀ ਅੱਛੇ ਪ੍ਰੋਗਰਾਮਸ ਨੇ, ਬੜਾ ਅੱਛਾ ਕੁਝ ਤੁਸੀਂ ਸਾਰਾ ਕੁਝ ਬਰੀਫਲੀ ਮੈਨੂੰ ਸਾਰਾ ਕੁਝ ਸਮਝਾਇਆ। ਸਾਰਾ ਕੁਝ ਤਕਰੀਬਨ ਇੱਥੇ ਕਵਰ ਕਰ ਹੀ ਚੁੱਕੇ ਹਾਂ ਆਪਾਂ। ਅਗਰ ਤੁਹਾਡੇ ਮਾਈਂਡ ਵਿੱਚ ਕੋਈ ਚੀਜ਼ ਰਹਿ ਗਈ ਹੋਵੇ ਜਿਹੜੀ ਚੱਲ ਰਹੀ ਹੋਵੇ ਤੇ ਪਲੀਜ਼ ਤੁਸੀਂ ਇੱਥੇ ਕਰ ਸਕਦੇ ਹੋ, ਦੱਸ ਸਕਦੇ ਹੋ ਮੈਨੂੰ ਔਰ ਮੇਰੇ ਵਿਊਅਰਸ ਨੂੰ। No, it was pretty much done. About employment because ਬੱਚਿਆਂ ਦਾ ਮੇਨ ਇਹ ਹੁੰਦਾ ਹੈ ਕਿ ਮੈਂ ਕੰਮ ਕਰ ਸਕਦਾ ਨਹੀਂ ਕਰ ਸਕਦਾ, ਰਾਈਟ? ਮੈਂ ਕੱਢ ਸਕਦਾ, ਮੈਂ ਆਪਣੀਆਂ ਫੀਸਾਂ ਕੱਢ ਸਕਦਾ। ਬੱਚੇ ਨੂੰ ਇਹ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ that I have discussed already and ਉਸ ਤੋਂ ਬਾਅਦ yes I would say ਕਿ ਜਦੋਂ ਤੁਸੀਂ ਬੱਚੇ ਨੂੰ ਕਾਉਂਸਲਿੰਗ ਕਰਦੇ ਆ encourage them ਕਿ ਉਹ ਉੱਥੇ ਜਾ ਕੇ ਪੜ੍ਹਨ। ਇਹ ਨਾ ਸਮਝਣ ਵੀ ਉਹ ਕੈਨੇਡਾ ਜਾ ਰਹੇ ਆ। ਜਰਮਨੀ ਬਹੁਤ ਹੀ ਵਧੀਆ ਸਟੱਡੀ ਡੈਸਟੀਨੇਸ਼ਨ ਆ ਪਰ ਉਹਨਾਂ ਨੂੰ ਥੋੜਾ ਕੀ ਕਹਿੰਦੇ ਆ ਕਰਨਾ ਕਿਉਂਕਿ ਅਗਰ ਬੱਚਾ 3 ਸਾਲ ਸਟੱਡੀ ਕਰਦਾ ਹੈ ਨਾ ਤੇ ਸਾਰੀ ਉਮਰ ਅੱਗੇ ਬੰਦਾ ਐਸ਼ ਕਰ ਸਕਦਾ ਤੇ ਉਹੀ 3 ਸਾਲ ਜੇ ਬੰਦਾ ਧੱਕੇ ਖਾਂਦਾ ਇੱਧਰ ਉੱਧਰ ਹੋ ਜਾਂਦਾ। ਤੋ ਯਾ ਦੈਟਸ ਇਟ। ਜਰਮਨੀ ਦੇ ਬਾਰੇ ਲੋਕਾਂ ਨੂੰ ਐਕਚੁਅਲੀ ਨੌਲੇਜ ਨਹੀਂ ਹੈਗੀ ਆ ਕਿ ਕੀ ਰਿਕੁਆਇਰਮੈਂਟਸ ਹੁੰਦੀਆਂ ਨੇ, ਵੀਜ਼ਾਸ ਆਉਂਦੇ ਆ ਕਿ ਨਹੀਂ ਆਉਂਦੇ ਆ ਜਾਂ ਕਿੰਨਾ ਕੁ ਪੈਸਾ ਲੱਗਦਾ ਜਰਮਨੀ ਦੇ ਵਿੱਚ ਸਟੂਡੈਂਟ ਵੀਜ਼ਾ ਅਪਲਾਈ ਕਰਨ ਲਈ। ਤੇ ਉਹ ਰਫਲੀ ਜਿਹਾ ਆਈਡੀਆ ਮਿਲ ਚੁੱਕਿਆ ਸਾਨੂੰ ਕਿ ਬਲੌਕ ਅਕਾਊਂਟ ਜਿਹੜਾ ਹੈਗਾ ਵਾ 6 ਤੋਂ 6.5 ਲੱਖ ਮੇਰੇ ਖਿਆਲ ਇਹ ਵੀ ਜਾਂਦਾ ਹੈਗਾ ਐਟ ਪ੍ਰੈਜ਼ੈਂਟ। ਅਗਰ ਆਪਾਂ ਯੂਰੋ ਨੂੰ ਕੈਲਕੂਲੇਟ ਕਰਕੇ ਦੇਖੀਏ ਤੇ ਫੀ ਦੇ ਵਿੱਚ ਤੁਸੀਂ ਜਿਵੇਂ ਦੱਸਿਆ ਆਫਟਰ ਗੈਟਿੰਗ ਦਾ ਵੀਜ਼ਾ ਇਨ ਹੈਂਡ ਅਗਰ ਜਰਮਨੀ ਜਾ ਕੇ ਵੀ ਉੱਥੇ ਬੱਚਾ ਪੇ ਕਰ ਸਕਦਾ ਫੀਸ। ਤੇ ਸਟਾਰਟਿੰਗ ਦੇ ਵਿੱਚ ਸਿਰਫ ਕਿੰਨੀ ਕੁ ਫੀਸ ਪੇ ਕਰਨੀ ਹੋਈ? ਓਕੇ ਜਿਹੜੀ ਬੱਚੇ ਦੀ ਟਿਊਸ਼ਨ ਫੀਸ ਆ ਉਹ ਹੈਗੀ 4900 ਪਰ ਸਮੈਸਟਰ। ਜਿਹੜਾ ਬਲੌਕ ਅਕਾਊਂਟ ਆ ਉਹ ਬੱਚੇ ਦਾ 1 ਸਾਲ ਦਾ ਹੁੰਦਾ, ਠੀਕ ਹੈ? ਉਹਦੇ 'ਚੋਂ ਬੱਚਾ 800 ਯੂਰੋ ਹਰ ਮੰਥ ਵਿਡਰੋ ਕਰ ਸਕਦਾ, ਠੀਕ ਹੈ? 1 ਸਾਲ ਬੱਚਾ ਆਪਣੀ ਫੀਸ ਆਪ ਪੇ ਕਰ ਸਕਦਾ ਹੈ ਆਪਣੇ ਬਲੌਕ ਅਕਾਊਂਟ ਦੇ ਨਾਲ, ਠੀਕ ਹੈ? ਪਰ ਉਸ ਤੋਂ ਬਾਅਦ ਡਿਪੈਂਡ ਕਰਦਾ ਅਗਰ ਤੇ ਉਹ ਸਪਾਊਸ ਦੇ ਨਾਲ, ਜਿਹੜੇ ਬੱਚੇ ਇੱਥੇ ਆਪਣੇ ਸਪਾਊਸ ਦੇ ਨਾਲ ਆਉਂਦੇ ਆ ਉਹਨਾਂ ਨੂੰ ਤਾਂ ਕੋਈ ਦਿੱਕਤ ਹੁੰਦੀ ਕਿਉਂਕਿ ਹਸਬੈਂਡ ਫੁੱਲ ਟਾਈਮ ਕੰਮ ਕਰ ਰਿਹਾ ਆ, ਉਹ ਫੀਸਾਂ ਕੱਢੀ ਜਾਂਦਾ ਆ। ਵਾਈਫ ਪਾਰਟ ਟਾਈਮ ਕਰ ਜੋ ਆਪਣੇ ਲਿਵਿੰਗ ਐਕਸਪੈਂਸ ਕੱਢੀ ਜਾਂਦੀ, ਈਜ਼ੀ ਹੈ, ਠੀਕ ਹੈ? ਪਰ ਜਿਹੜੇ ਬੱਚੇ ਇੱਥੇ ਕੁੜੀਆਂ ਕਈ ਇਕੱਲੀਆਂ ਆਉਂਦੀਆਂ ਕਿ ਉਹਨਾਂ ਨੂੰ ਕਿਉਂਕਿ ਮੈਂ ਜਿੰਨਾ ਦੇਖਿਆ ਹੈ ਜਿਹੜੀਆਂ ਵੀ ਪੰਜਾਬੀ ਕੁੜੀਆਂ ਆ ਉਹ ਆਪਣੇ ਜਗ੍ਹਾ ਤੇ 1 ਸਾਲ ਬਾਅਦ ਜਿਹੜਾ ਉਹਨਾਂ ਦਾ 2 ਸਾਲ ਦੀ ਸਟੱਡੀ ਰਹਿ ਜਾਂਦੀ ਹੈ ਜਾਂ ਤੇ ਆਪਣੇ ਘਰਦਿਆਂ ਨੂੰ ਕਹਿੰਦੀਆਂ ਫੀਸਾਂ ਕੱਢੋ ਜਾਂ ਤੇ ਉਹਨਾਂ ਨੂੰ ਫਿਰ ਸ਼ਿਫਟਾਂ ਬਦਲਾਉਣੀਆਂ ਪੈਂਦੀਆਂ। ਦਿਸ ਇਜ਼ ਦ ਓਨਲੀ ਸਹੀ ਆ ਸਭ ਹਰ ਕੰਟਰੀ ਵਿੱਚ ਇਸ ਤਰ੍ਹਾਂ ਹੀ ਹੈ। ਤੇ ਕਿੰਨੇ ਸਾਰੇ ਇਨਟੇਕਸ ਨੇ ਹੁਣ ਕਮਿੰਗ ਇਨਟੇਕ ਬਾਰੇ ਤੇ ਮੈਂ ਥੋੜਾ ਜਿਹਾ ਧਿਆਨ 'ਚ ਨਹੀਂ ਹੈ ਮੇਰੇ, ਮੈਨੂੰ ਦੱਸੋਗੇ ਰਿਪੀਟ ਕਰੋਗੇ ਤੁਸੀਂ ਕਿੰਨੇ ਇਨਟੇਕਸ ਨੇ ਆਪਣੇ ਐਨੂਅਲੀ ਇੱਥੇ? ਸਾਡੇ ਤੇ 6 ਇਨਟੇਕ ਹੈ ਹਰ ਸਾਲ ਨਾ। ਓਕੇ ਹੁਣ ਅਗਲਾ ਇਨਟੇਕ ਜਿਹੜਾ ਆ ਅਗਸਤ ਇਨਟੇਕ ਆ। ਆਈ ਡੋਂਟ ਥਿੰਕ ਕਿ ਕਿਉਂਕਿ ਮੈਨੂੰ ਲੱਗਦਾ ਅਗਲੇ ਮਹੀਨੇ ਤੇ ਉਹਨਾਂ ਨੇ ਓਪਨਿੰਗਸ ਹੀ ਕਰਨੀਆਂ ਆ, ਬੁਕਿੰਗਸ ਜਿਹੜੀਆਂ ਆ ਨਵੀਆਂ ਵੀਜ਼ਾ ਸਟੈਂਪਿੰਗ ਦੀਆਂ ਐਪਲੀਕੇਸ਼ਨ ਜਿਹੜੀਆਂ ਉਹ ਐਕਸੈਪਟ ਕਰਨਗੇ। आई थिंक कि अगला जो इंडिया का इंटेक होगा वो अक्टूबर इंटेक होगा, big one. Okay. Yeah. Then we have February intake, March intake, May intake. Like बच्चा कभी भी start कर सकता. There is kind of no deadline. Even मैं October intake करता, he can start in December, February. So it's like really easy. Application fee कुछ होएगी इस कॉलेज दी? स्टूडेंट अगर ਤੁਹਾਡੇ ਥਰੂ ਅਪਲਾਈ ਕਰਦਾ ਹੈ there would not be application fee. ਅਗਰ ਸਟੂਡੈਂਟ ਡਾਇਰੈਕਟ ਅਪਲਾਈ ਕਰਦਾ ਹੈ ਡਾਇਰੈਕਟ ਸਟੂਡੈਂਟ ਵਾਸਤੇ ਐਪਲੀਕੇਸ਼ਨ ਫੀਸ ਹੈ। if they are coming from you then it's waived. Okay.
ਸੋ ਥੈਂਕਸ ਅ ਲੋਟ। ਮੇਰੇ ਖਿਆਲ ਸਾਰਾ ਕੁਝ ਕਵਰ ਕਰ ਚੁੱਕੇ ਹਾਂ ਆਪਾਂ। ਤੇ ਅੱਜ ਵੈਸੇ ਆਪਾਂ ਫੇਸਬੁੱਕ ਲਾਈਵ ਡਾਇਰੈਕਟਲੀ ਹੋਣਾ ਸੀਗਾ, ਬਟ ਟੈਕਨੀਕਲ ਪ੍ਰੋਬਲਮ ਦੇ ਕਾਰਨ ਆਪਾਂ ਡਾਇਰੈਕਟ ਨਹੀਂ ਹੋ ਪਾਏ। ਤੇ ਮੈਂ ਆਪਣੇ ਦੂਸਰੇ ਫੋਨ ਤੋਂ ਤੁਹਾਨੂੰ ਇੱਥੇ ਆਪਾਂ ਲਾਈਵ ਸ਼ੋਅ ਕਰ ਰਹੇ ਹਾਂ ਆਪਣੇ ਦੋਨਾਂ ਨੂੰ। ਤੇ ਬਹੁਤ ਵਧੀਆ ਲੱਗਿਆ ਉੱਤਮ ਜੀ, ਤੁਸੀਂ ਬਹੁਤ ਬਰੀਫਲੀ ਜਿਹੜਾ ਵਾ ਮੈਨੂੰ ਇਨਫੋਰਮੇਸ਼ਨ ਦਿੱਤੀ ਆ। ਹੋਪ ਸੋ ਮੇਰੇ ਵਿਊਅਰਸ ਨੂੰ, ਫੇਸਬੁੱਕ ਵਿਊਅਰਸ ਔਰ ਯੂਟਿਊਬ ਚੈਨਲ ਤੇ ਜਿੱਥੇ ਮੇਰੀ ਵੀਡੀਓ ਜਾਏਗੀ, ਬਹੁਤ ਸਾਰੇ ਇਸ ਤਰ੍ਹਾਂ ਦੇ ਪਲੇਟਫਾਰਮਸ ਤੇ, ਸੋਸ਼ਲ ਮੀਡੀਆ ਤੇ, ਜਿੱਥੇ ਕਿ ਲੋਕਾਂ ਨੂੰ ਕਾਫੀ ਸਾਰੀ ਚੀਜ਼ਾਂ ਜੋ ਸਿੱਖਣ ਨੂੰ ਮਿਲੀਆਂ ਹੋਣਗੀਆਂ ਜਾਂ ਉਹਨਾਂ ਨੂੰ ਸਮਝ ਆਈ ਹੋਊਗੀ। ਅਗਰ ਕੋਈ ਚੀਜ਼ ਰਹਿ ਗਈ ਹੋਵੇ ਤੇ ਉਹ ਮੇਰੇ ਨਾਲ ਇੱਥੇ ਮੇਰੇ ਫੇਸਬੁੱਕ ਵਿਊਅਰਸ ਨੂੰ ਮੈਂ ਇੱਥੇ ਦੱਸਣਾ ਚਾਹੁੰਦੀ ਆ। ਉਹ ਮੈਨੂੰ ਕਾਲ ਕਰਕੇ ਮੇਰੇ ਪਰਸਨਲ ਨੰਬਰ ਤੇ ਮੇਰੇ ਤੋਂ ਵੀ ਇਨਫੋਰਮੇਸ਼ਨ ਲੈ ਸਕਦੇ ਨੇ। ਫਲਾਈ ਅਬਰੋਡ ਇਮੀਗ੍ਰੇਸ਼ਨ ਤੋਂ ਮੋਹਿੰਦਰ ਕੌਰ ਦਾ ਪਰਸਨਲ ਨੰਬਰ ਹੈਗਾ 9517172020। ਤੇ ਉੱਤਮ ਜੀ, ਮੈਂ ਤੁਹਾਡਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਕਿ ਤੁਸੀਂ ਅੱਜ ਆਪਣਾ ਇੰਨਾ ਕੀਮਤੀ ਸਮਾਂ ਕੱਢਿਆ ਤੇ ਸਾਨੂੰ ਸਾਰੀ ਨੌਲੇਜ ਦਿੱਤੀ ਹੈ ਬਰੀਫਲੀ ਇੱਥੇ ਮੇਰੇ ਫੇਸਬੁੱਕ ਵਿਊਅਰਸ ਨੂੰ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਜੁੜਨਗੇ ਇਸ ਵੀਡੀਓ ਦੇ ਨਾਲ, ਜਿੱਥੇ ਤੱਕ ਇਹ ਵੀਡੀਓ ਜਾਏਗੀ। Thank you very much for giving me this opportunity. It was really nice to talk to you. Same. Finally, after 1 hour. Okay, bye-bye, Uttam. Bye-bye. Bye. Nice day. सेव करेंगे, फिनिश करना।